ਪਿਆਰੇ ਵਿਦਿਆਰਥੀਓ, ਆਪ ਸਭ ਦਾ ਸਵਾਗਤ ਹੈ ਸਮਾਜਿਕ ਵਿਗਿਆਨ ਦੇ ਇਸ ਸੈਸ਼ਨ ਵਿੱਚ। ਜਿਵੇਂ ਕਿ ਆਪਾਂ ਜਾਣਦੇ ਹੀ ਹਾਂ ਕਿ ਆਪਾਂ 8ਵੀਂ ਜਮਾਤ ਦੇ ਇਤਿਹਾਸ ਭਾਗ ਵਿੱਚੋਂ ਪਾਠ 13 ਬਸਤੀਵਾਦ ਅਤੇ ਕਬਾਇਲੀ ਸਮਾਜ ਦਾ ਅਧਿਐਨ ਕਰ ਰਹੇ ਹਾਂ। ਇਸ ਵਿੱਚ ਆਪਾਂ ਨੇ ਪਿਛਲੇ 2 ਭਾਗਾਂ ਵਿੱਚ ਕਬਾਇਲੀ ਲੋਕਾਂ ਦੀ ਹਾਲਤ ਅਤੇ ਉਹਨਾਂ ਦੇ ਕਿੱਤਿਆਂ ਬਾਰੇ ਪੜ੍ਹਿਆ ਸੀ ਅਤੇ ਜਾਣਿਆ ਸੀ ਕਿ ਅੰਗਰੇਜ਼ਾਂ ਦੁਆਰਾ ਲਾਗੂ ਕੀਤੀਆਂ ਨਵੀਆਂ ਨੀਤੀਆਂ ਨਾਲ ਉਹਨਾਂ ਦੀ ਹੋਈ ਮਾੜੀ ਹਾਲਤ ਬਾਰੇ। ਤੰਗ ਆ ਕੇ ਕਬਾਇਲੀ ਲੋਕਾਂ ਦੁਆਰਾ ਅੰਗਰੇਜ਼ਾਂ ਵਿਰੁੱਧ ਵਿਦਰੋਹ ਬਾਰੇ ਆਪਾਂ ਜਾਣਿਆ। ਅੱਜ ਅਸੀਂ ਇਸ ਪਾਠ ਦੇ ਤੀਜੇ ਭਾਗ ਵਿੱਚ ਹੋਰ ਕਬੀਲਿਆਂ ਦੇ ਅੰਗਰੇਜ਼ਾਂ ਦੀਆਂ ਗਲਤ ਨੀਤੀਆਂ ਦੇ ਵਿਰੁੱਧ ਕੀਤੇ ਗਏ ਸ਼ਾਨਦਾਰ ਵਿਦਰੋਹ ਬਾਰੇ ਪੜ੍ਹਾਂਗੇ। ਕਬਾਇਲੀ ਲੋਕ ਬਹੁਤ ਗਰੀਬ ਅਤੇ ਮਿਹਨਤੀ ਸਨ। ਇਹ ਆਪਾਂ ਪਿਛਲੇ 2 ਭਾਗਾਂ ਵਿੱਚ ਵੀ ਵਿਚਾਰ ਕੀਤਾ ਸੀ ਇਸ ਬਾਰੇ ਕਿ ਉਹ ਕਿਰਤ ਕਰਦੇ ਸਨ ਅਤੇ ਕੁਦਰਤ ਨਾਲ ਨੇੜਿਓਂ ਜੁੜੇ ਹੋਏ ਸਨ, ਭਾਵ ਕਿ ਉਹਨਾਂ ਦਾ ਸਾਰਾ ਜੀਵਨ ਕੁਦਰਤ ਨਾਲ ਜੁੜਿਆ ਹੋਇਆ ਸੀ ਅਤੇ ਉਹ ਕੁਦਰਤ ਨਾਲ ਇੱਕਮਿਕ ਸਨ। ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਵੀ ਸਨ, ਤਾਂ ਹੀ ਉਹਨਾਂ ਨੇ ਆਪਣੇ ਸਵੈਮਾਨ ਦੀ ਰਾਖੀ ਲਈ ਬਗਾਵਤਾਂ ਦਾ ਔਖਾ ਰਸਤਾ ਚੁਣਿਆ। ਜਦੋਂ ਬਰਤਾਨਵੀ ਸੈਨਿਕ ਖਸੀਸ ਕਬੀਲੇ ਦੇ ਵਿਦਰੋਹ ਦਾ ਸਾਹਮਣਾ ਕਰ ਰਹੇ ਸਨ ਤਾਂ ਉਸ ਸਮੇਂ ਹੀ ਇੱਕ ਹੋਰ ਸਿੰਘਫੋਸ ਕਬੀਲੇ ਨੇ ਬਗਾਵਤ ਕਰ ਦਿੱਤੀ। ਹੁਣ ਖਾਸੀਸ ਅਤੇ ਸਿੰਘਫੋਸ ਕਬੀਲੇ ਦੇ ਲੋਕਾਂ ਨੇ ਮਿਲ ਕੇ ਹੋਰ ਕਬੀਲਿਆਂ ਜਿਵੇਂ ਖਾਮ, ਤੀਸ, ਗਾਰੋ, ਨਾਗਾ ਆਦਿ ਨੂੰ ਬਗਾਵਤ ਲਈ ਸੱਦਾ ਦਿੱਤਾ, ਭਾਵ ਕਿ ਉਹਨਾਂ ਨੂੰ ਵੀ ਇਸ ਵਿਦਰੋਹ ਲਈ ਪ੍ਰੇਰਿਆ। ਉਹਨਾਂ ਨੇ ਅਸਾਮ ਵਿੱਚ ਬਰਤਾਨਵੀ ਸੈਨਾ ਉੱਪਰ ਹਮਲਾ ਕਰ ਦਿੱਤਾ ਅਤੇ ਕਈ ਅੰਗਰੇਜ਼ਾਂ ਨੂੰ ਮਾਰ ਦਿੱਤਾ, ਪਰ ਅਖੀਰ ਉਹ ਬਰਤਾਨਵੀ ਸੈਨਾ ਦੇ ਆਧੁਨਿਕ ਹਥਿਆਰਾਂ ਦਾ ਮੁਕਾਬਲਾ ਨਾ ਕਰ ਸਕੇ। ਸਗੋਂ ਕਬਾਇਲੀ ਲੋਕਾਂ ਕੋਲ ਦੇਸੀ ਭਾਵ ਕਿ ਰਵਾਇਤੀ ਕਿਸਮ ਦੇ ਹਥਿਆਰ ਸਨ, ਪੁਰਾਣੇ ਹਥਿਆਰ ਸਨ, ਕਿਉਂਕਿ ਉਹ ਲੋਕ ਸਿੱਧ ਪੱਧਰੇ ਸਨ। ਉਹਨਾਂ ਦੇ ਮਨ ਵਿੱਚ ਕੋਈ ਵੀ ਅਜਿਹਾ ਵਿੰਗਵਲ ਨਹੀਂ ਸੀ ਕਿ ਕੋਈ ਸਾਡਾ ਦੁਸ਼ਮਣ ਵੀ ਹੋ ਸਕਦਾ। ਇਸ ਕਰਕੇ ਕਬਾਇਲੀ ਲੋਕਾਂ ਕੋਲ ਦੇਸੀ ਜਿਹੇ ਹਥਿਆਰ ਹੁੰਦੇ ਸਨ, ਜਿਨ੍ਹਾਂ ਦੇ ਨਾਲ ਉਹ ਸ਼ਿਕਾਰ ਕਰਕੇ ਆਪਣੇ ਲਈ ਰੋਟੀ ਦਾ ਪ੍ਰਬੰਧ, ਆਪਣੇ ਲਈ ਭੋਜਨ ਦਾ ਪ੍ਰਬੰਧ ਕਰ ਸਕਦੇ ਸੀ। ਵੈਸੇ ਵੀ ਉਹਨਾਂ ਦਾ ਉਦੇਸ਼ ਲੜਾਈ ਕਰਨਾ ਨਹੀਂ ਸੀ। ਉਹ ਨਹੀਂ ਚਾਹੁੰਦੇ ਸੀ, ਇਹ ਕਬਾਇਲੀ ਲੋਕ ਜਾਂ ਕਬੀਲਿਆਂ ਵਿੱਚ ਜੋ ਲੋਕ ਰਹਿੰਦੇ ਸਨ, ਇਹ ਕਿਸੇ ਨਾਲ ਵੀ ਲੜਨਾ ਨਹੀਂ ਚਾਹੁੰਦੇ ਸਨ। ਉਹਨਾਂ ਦਾ ਲੜਾਈ ਕਦੇ ਵੀ ਉਦੇਸ਼ ਨਹੀਂ ਰਿਹਾ। ਉਹ ਯੁੱਧ ਪਸੰਦ ਨਹੀਂ ਸਨ, ਸਗੋਂ ਅਮਨ ਪਸੰਦ ਸਨ। ਇਸ ਲਈ ਕਬਾਇਲੀ ਲੋਕ ਮਜਬੂਰ ਹੋ ਕੇ ਉਹਨਾਂ ਨੂੰ ਹਥਿਆਰ ਸੁੱਟਣੇ ਪਏ। 1839 ਈਸਵੀ ਵਿੱਚ ਸਿੰਘਫੋਸ ਕਬੀਲੇ ਦੇ ਲੋਕਾਂ ਨੇ ਦੁਬਾਰਾ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰ ਦਿੱਤਾ। ਉਹਨਾਂ ਨੇ ਅੰਗਰੇਜ਼ਾਂ ਦੇ ਰਾਜਨੀਤਿਕ ਦੂਤ ਕਰਨਲ ਵਾਈਟ ਅਤੇ ਕਈ ਹੋਰ ਅੰਗਰੇਜ਼ਾਂ ਦੀ ਹੱਤਿਆ ਕਰ ਦਿੱਤੀ। 1844 ਈਸਵੀ ਵਿੱਚ ਇੱਕ ਹੋਰ ਉੱਤਰ ਪੂਰਬੀ ਨਾਗਾ ਕਬੀਲੇ ਨੇ ਵੀ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰ ਦਿੱਤਾ। ਇਹ ਵਿਦਰੋਹ 2-3 ਸਾਲ ਤੱਕ ਜਾਰੀ ਰਿਹਾ। ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਹੌਲੀ ਹੌਲੀ ਕਬੀਲੇ ਵੱਧ ਰਹੇ ਸਨ, ਕਿਉਂਕਿ ਅੰਗਰੇਜ਼ਾਂ ਦਾ ਇਹਨਾਂ ਕਬੀਲਿਆਂ ਪ੍ਰਤੀ ਰਵੱਈਆ ਹਾਂ ਪੱਖੀ ਨਹੀਂ ਸੀ, ਇਹ ਸਗੋਂ ਲੁੱਟ ਕਰ ਰਹੇ ਸਨ। ਫਿਰ ਆਪਾਂ ਦੇਖਦੇ ਹਾਂ ਕਿ ਮਨੀਪੁਰ ਦੇ ਪਹਾੜੀ ਇਲਾਕਿਆਂ ਵਿੱਚ ਰਹਿੰਦੇ ਕੁਕੀ ਕਬੀਲੇ ਦੇ ਲੋਕਾਂ ਨੇ ਵੀ ਅੰਗਰੇਜ਼ਾਂ ਵਿਰੁੱਧ 1826, 1844 ਅਤੇ 1849 ਈਸਵੀ ਵਿੱਚ ਵਿਦਰੋਹ ਕੀਤਾ। ਉਹਨਾਂ ਨੇ ਕਈ ਬਰਤਾਨਵੀ ਅਧਿਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕੁਕੀ ਕਬੀਲੇ ਦੇ ਲੋਕਾਂ ਦੀ ਗਿਣਤੀ ਲਗਭਗ 7000 ਦੇ ਕਰੀਬ ਸੀ। ਅਖੀਰ ਬਰਤਾਨਵੀ ਹਕੂਮਤ ਨੇ ਕੁਕੀ ਕਬੀਲੇ ਦੇ ਲੋਕਾਂ ਨੂੰ
1850 ਈਸਵੀ ਵਿੱਚ ਹਰਾ ਕੇ ਵਿਦਰੋਹ ਨੂੰ ਸ਼ਾਂਤ ਕਰ ਦਿੱਤਾ। ਇਸ ਲਈ ਆਪਾਂ ਦੇਖਦੇ ਹਾਂ ਕਿ ਇਹ ਜੋ ਕਬਾਇਲੀ ਲੋਕ ਸਨ ਜਾਂ ਕਬੀਲਿਆਂ ਦੇ ਵਿੱਚ ਜੋ ਲੋਕ ਰਹਿੰਦੇ ਸਨ, ਇਹ ਇੰਨਾ ਲੜਨ ਲਈ ਤਿਆਰ ਨਹੀਂ ਸਨ। ਇਸੇ ਲਈ ਬਰਤਾਨਵੀ ਹਕੂਮਤ ਆਪਣੇ ਆਧੁਨਿਕ ਹਥਿਆਰਾਂ ਦੇ ਨਾਲ, ਆਪਣੀ ਫੌਜ ਦੇ ਜ਼ੋਰ ਨਾਲ ਇਹਨਾਂ ਕਬੀਲਿਆਂ ਨੂੰ ਦਬਾ ਲੈਂਦੀ ਸੀ ਅਤੇ ਵਿਦਰੋਹ ਨੂੰ ਸ਼ਾਂਤ ਕਰ ਦਿੰਦੀ ਸੀ। ਅਤੇ ਬੱਚਿਓ, ਹੁਣ ਮੇਰੇ ਕੋਲ ਇੱਕ ਪ੍ਰਸ਼ਨ ਹੈ ਜਿਸ ਦਾ ਉੱਤਰ ਤੁਸੀਂ ਆਪਣੀਆਂ ਕਾਪੀਆਂ 'ਤੇ ਲਿਖ ਕੇ ਆਪਣੇ ਅਧਿਆਪਕ ਸਾਹਿਬਾਨ ਨੂੰ ਬਾਅਦ 'ਚ ਚੈੱਕ ਕਰਵਾਉਣਾ ਹੈ। ਤਾਂ ਆਪਾਂ ਪ੍ਰਸ਼ਨ ਨੋਟ ਕਰ ਲਈਏ। ਉੱਤਰ ਪੂਰਬੀ ਖੇਤਰ ਵਿੱਚ ਕਬਾਇਲੀ ਲੋਕਾਂ ਨੇ ਵਿਦਰੋਹ ਕਿਉਂ ਕੀਤਾ ਸੀ? ਮੈਂ ਪ੍ਰਸ਼ਨ ਫਿਰ ਦੁਹਰਾ ਦੇਵਾਂ। ਉੱਤਰ ਪੂਰਬੀ ਖੇਤਰ ਵਿੱਚ ਕਬਾਇਲੀ ਲੋਕਾਂ ਨੇ ਵਿਦਰੋਹ ਕਿਉਂ ਕੀਤਾ ਸੀ? ਇਸ ਪ੍ਰਸ਼ਨ ਦਾ ਉੱਤਰ ਤੁਸੀਂ ਆਪਣੀਆਂ ਕਾਪੀਆਂ 'ਤੇ ਨੋਟ ਕਰਕੇ ਲਿਖ ਕੇ ਆਪਣੇ ਅਧਿਆਪਕ ਸਾਹਿਬਾਨ ਨੂੰ ਜ਼ਰੂਰ ਚੈੱਕ ਕਰਵਾਉਣਾ ਹੈ। ਸੋ ਆਓ ਆਪਾਂ ਹੁਣ ਆਪਣੇ ਪਾਠ ਦੇ ਨਾਲ ਫਿਰ ਜੁੜੀਏ। ਛੋਟਾ ਨਾਗਪੁਰ ਖੇਤਰ ਵਿੱਚ ਕਬੀਲਿਆਂ ਦੇ ਵਿਦਰੋਹ, ਖਾਸ ਤੌਰ 'ਤੇ ਬਿਰਸਾ ਮੁੰਡਾ ਦੀ ਬਹਾਦਰੀ। 1820 ਈਸਵੀ ਵਿੱਚ ਛੋਟਾ ਨਾਗਪੁਰ ਇਲਾਕੇ ਵਿੱਚ ਸਭ ਤੋਂ ਪਹਿਲਾਂ ਕੌਲ ਕਬੀਲੇ ਦੇ ਲੋਕਾਂ ਦੁਆਰਾ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ ਗਿਆ, ਕਿਉਂਕਿ ਉਹ ਆਪਣੇ ਇਲਾਕੇ ਵਿੱਚ ਅੰਗਰੇਜ਼ੀ ਰਾਜ ਦਾ ਵਿਸਥਾਰ ਸਹਿਣ ਨਹੀਂ ਕਰ ਸਕਦੇ ਸਨ। ਕਿਉਂਕਿ ਅੰਗਰੇਜ਼ ਉਹਨਾਂ ਦੇ ਕੰਮਕਾਜ ਵਿੱਚ, ਉਹਨਾਂ ਦੇ ਰੋਜ਼ਾਨਾ ਜੀਵਨ ਵਿੱਚ ਦਖਲ ਦਿੰਦੇ ਸਨ। ਇਸ ਕਰਕੇ ਉਹ ਲੋਕ ਇਸ ਨੂੰ ਬਰਦਾਸ਼ਤ ਜਾਂ ਸਹਿਣ ਨਹੀਂ ਕਰ ਸਕਦੇ ਸਨ। ਇਸ ਵਿਦਰੋਹ ਦੌਰਾਨ ਉਹਨਾਂ ਨੇ ਕਈ ਪਿੰਡ ਸਾੜ ਦਿੱਤੇ ਅਤੇ ਕਾਫੀ ਗਿਣਤੀ ਵਿੱਚ ਲੋਕ ਵੀ ਮਾਰੇ ਗਏ। ਅੰਤ ਵਿੱਚ ਉਹਨਾਂ ਨੇ 1827 ਈਸਵੀ ਵਿੱਚ ਅੰਗਰੇਜ਼ਾਂ ਅੱਗੇ ਹਥਿਆਰ ਸੁੱਟ ਦਿੱਤੇ। ਫਿਰ 1830-31 ਈਸਵੀ ਵਿੱਚ ਛੋਟਾ ਨਾਗਪੁਰ ਦੇ ਮੁੰਡਾ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰ ਦਿੱਤਾ। ਕੌਲ ਕਬੀਲੇ ਦੇ ਲੋਕ ਵੀ ਮੁੰਡਾ ਕਬੀਲੇ ਦੇ ਵਿਦਰੋਹ ਵਿੱਚ ਸ਼ਾਮਲ ਹੋ ਗਏ। ਇਹ ਵਿਦਰੋਹ ਜਲਦੀ ਹੀ ਰਾਂਚੀ, ਹਜ਼ਾਰੀਬਾਗ, ਪਾਲਮੂ ਅਤੇ ਮਨਭੂਮ ਇਲਾਕਿਆਂ ਤੱਕ ਫੈਲ ਗਿਆ। ਸੈਨਾ ਦੁਆਰਾ ਲਗਭਗ 1000 ਵਿਦਰੋਹੀਆਂ ਨੂੰ ਮਾਰ ਦਿੱਤਾ ਗਿਆ, ਪਰੰਤੂ ਸੈਨਾ ਵਿਦਰੋਹ 'ਤੇ ਕਾਬੂ ਨਾ ਪਾ ਸਕੀ। ਅਖੀਰ ਕਾਫੀ ਸੈਨਿਕ ਕਾਰਵਾਈਆਂ ਕਰਨ ਉਪਰੰਤ 1832 ਈਸਵੀ ਵਿੱਚ ਇਸ ਵਿਦਰੋਹ ਨੂੰ ਕੁਚਲ ਦਿੱਤਾ ਗਿਆ। ਆਪਾਂ ਫਿਰ ਵੇਖਦੇ ਹਾਂ ਕਿ ਮੁੰਡਾ ਕਬੀਲੇ ਦੇ ਲੋਕਾਂ ਨੇ ਕੌਲ ਕਬੀਲੇ ਦੇ ਲੋਕਾਂ ਨਾਲ ਮਿਲ ਕੇ ਵਿਦਰੋਹ ਕੀਤਾ ਅਤੇ ਅੰਗਰੇਜ਼ੀ ਸੈਨਾ ਉਸ 'ਤੇ ਵੀ ਕਾਬੂ ਪਾ ਨਾ ਸਕੀ। ਪਰ ਅਖੀਰ ਸੈਨਿਕਾਂ ਨੇ 1832 ਈਸਵੀ ਵਿੱਚ ਇਸ ਵਿਦਰੋਹ ਨੂੰ ਵੀ ਕੁਚਲ ਦਿੱਤਾ, ਭਾਵ ਕਿ ਖਤਮ ਕਰ ਦਿੱਤਾ। ਭਾਵੇਂ ਇਸ ਵਿਦਰੋਹ ਨੂੰ ਦਬਾ ਦਿੱਤਾ ਗਿਆ, ਪਰੰਤੂ ਕੌਲ ਅਤੇ ਮੁੰਡਾ ਕਬੀਲੇ ਦੇ ਲੋਕਾਂ ਦੀਆਂ ਸਰਕਾਰ ਵਿਰੋਧੀ ਗਤੀਵਿਧੀਆਂ ਜਾਰੀ ਰਹੀਆਂ। ਭਾਵੇਂ ਕਿ ਵਿਦਰੋਹ ਨੂੰ ਦੱਬ ਲਿਆ ਗਿਆ ਸੀਗਾ, ਸ਼ਾਂਤ ਕਰ ਲਿਆ ਗਿਆ ਹੋਣ ਦਾ ਭੁਲੇਖਾ ਪਾਇਆ ਗਿਆ, ਪਰ ਕੌਲ ਅਤੇ ਮੁੰਡਾ ਕਬੀਲੇ ਦੇ ਲੋਕ ਲਗਾਤਾਰ ਸਰਕਾਰ ਵਿਰੋਧੀ ਗਤੀਵਿਧੀਆਂ ਕਰਦੇ ਰਹੇ, ਭਾਵ ਕਿ ਸਰਕਾਰ ਦਾ ਵਿਰੋਧ ਕਰਦੇ ਰਹੇ। 1846 ਈਸਵੀ ਵਿੱਚ ਛੋਟਾ ਨਾਗਪੁਰ ਦੇ ਇਲਾਕੇ ਖਰੋਦ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਸ਼ੁਰੂ ਕਰ ਦਿੱਤਾ। ਹੁਣ ਇਹ ਵਿਦਰੋਹ ਛੋਟਾ ਨਾਗਪੁਰ ਦੇ ਇਲਾਕਿਆਂ ਦੇ ਵਿੱਚ ਖਰੋਦ ਕਬੀਲੇ ਦੇ ਲੋਕਾਂ ਦੁਆਰਾ ਵੀ ਕੀਤਾ ਗਿਆ। ਉਹਨਾਂ ਨੇ ਕੈਪਟਨ ਮੈਕਫਰਸਨ ਦੇ ਕੈਂਪ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ 170 ਆਦਮੀਆਂ ਸਮੇਤ ਹਥਿਆਰ ਸੁੱਟਣ ਲਈ ਮਜਬੂਰ ਕਰ ਦਿੱਤਾ। ਹੋਰ ਗਵਾਂਢੀ ਕਬੀਲਿਆਂ ਦੇ ਲੋਕ ਵੀ ਇਸ ਵਿਦਰੋਹ ਵਿੱਚ ਸ਼ਾਮਲ ਹੋ ਗਏ, ਭਾਵ ਕਿ ਹੌਲੀ ਹੌਲੀ ਹੋਰ ਕਬੀਲਿਆਂ ਦੇ ਲੋਕ ਵੀ
ਅੰਗਰੇਜ਼ਾਂ ਦੀਆਂ ਨੀਤੀਆਂ ਤੋਂ ਤੰਗ ਆ ਕੇ ਜੋ ਬੇਗਾਵਤੀ ਕਬੀਲੇ ਸਨ ਉਹਨਾਂ ਦਾ ਸਾਥ ਦੇਣ ਲੱਗੇ ਅਤੇ ਇਹ ਵਿਦਰੋਹ ਫੈਲਦਾ ਚਲਿਆ ਗਿਆ। ਇਹ ਵਿਦਰੋਹ 1846 ਈਸਵੀ ਵਿੱਚ ਅੰਗਰੇਜ਼ਾਂ ਦੁਆਰਾ ਕੁਚਲ ਦਿੱਤਾ ਗਿਆ, ਪਰੰਤੂ ਅੰਗਰੇਜ਼ਾਂ ਨੇ ਦੇਸ਼ ਨਿਕਾਲਾ ਦਿੱਤੇ ਗਏ ਕਬੀਲੇ ਦੇ ਇੱਕ ਆਦਮੀ ਨੂੰ ਵਾਪਸ ਦੇਸ਼ ਬੁਲਾਇਆ ਅਤੇ ਉਸ ਨੂੰ ਖਰੋਦ ਕਬੀਲੇ ਦੇ ਲੋਕਾਂ ਦਾ ਮੁਖੀਆ ਬਣਾ ਦਿੱਤਾ, ਭਾਵ ਕਿ ਖਰੋਦ ਕਬੀਲੇ ਦਾ ਉਸ ਨੂੰ ਸਰਦਾਰ ਬਣਾ ਦਿੱਤਾ। ਇਸ ਨਾਲ ਖਰੋਦ ਕਬੀਲੇ ਦੇ ਲੋਕ ਸ਼ਾਂਤ ਹੋ ਗਏ। 1855 ਈਸਵੀ ਵਿੱਚ ਨਾਗਪੁਰ ਇਲਾਕੇ ਵਿੱਚ ਸੰਥਾਲ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰ ਦਿੱਤਾ। ਉਹ ਦੋ ਭਰਾਵਾਂ ਸਿੱਧੂ ਅਤੇ ਕਨਹੂ ਦੀ ਅਗਵਾਈ ਹੇਠ ਲਗਭਗ 10,000 ਲੋਕਾਂ ਦੀ ਗਿਣਤੀ ਵਿੱਚ ਇਕੱਠੇ ਹੋਏ। ਉਹਨਾਂ ਲੋਕਾਂ ਨੇ ਭਾਗਲਪੁਰ ਅਤੇ ਗਜਮਹਿਲ ਇਲਾਕਿਆਂ ਵਿੱਚ ਡਾਕ ਅਤੇ ਰੇਲ ਸੇਵਾਵਾਂ ਤਬਾਹ ਕਰ ਦਿੱਤੀਆਂ। ਉਹਨਾਂ ਨੇ ਤਲਵਾਰ ਅਤੇ ਜ਼ਹਿਰੀਲੇ ਤੀਰਾਂ ਨਾਲ ਯੂਰਪੀ ਬੰਗਲਿਆਂ ਉੱਤੇ ਹਮਲਾ ਕੀਤਾ। ਸੋ ਆਪਾਂ ਵੇਖਦੇ ਹਾਂ ਕਿ ਜਿੱਦਾਂ ਹੀ ਇਹ ਵਿਦਰੋਹ ਹੁੰਦਾ ਹੈ ਤਾਂ ਕਬੀਲੇ ਦੇ ਲੋਕਾਂ ਪਾਸ ਪੁਰਾਣੇ ਹਥਿਆਰ ਸਨ, ਤਲਵਾਰਾਂ ਸੀ, ਤੀਰ ਵਗੈਰਾ, ਭਾਲੇ ਵਗੈਰਾ ਨਾਲ ਉਹ ਹਮਲੇ ਕਰਦੇ ਸਨ, ਜਿਸ ਨਾਲ ਕਿ ਕੋਈ ਵੀ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਘਟ ਜਾਂਦਾ ਸੀ। ਪਰ ਇਹ ਹਮਲੇ ਅੰਗਰੇਜ਼ਾਂ ਦੁਆਰਾ ਦੱਬੇ ਜਾਂਦੇ ਰਹੇ। ਤੇ ਆਓ ਆਪਾਂ ਹੁਣ ਅੱਗੇ ਫਿਰ ਪਾਠ ਨਾਲ ਜੁੜੀਏ। ਕਈ ਰੇਲਵੇ ਅਤੇ ਪੁਲਿਸ ਕਰਮਚਾਰੀਆਂ ਨੂੰ ਮਾਰ ਦਿੱਤਾ ਗਿਆ। ਜਦੋਂ ਅੰਗਰੇਜ਼ੀ ਸਰਕਾਰ ਨੇ ਉਹਨਾਂ ਦਾ ਪਿੱਛਾ ਕੀਤਾ ਤਾਂ ਉਹ ਜੰਗਲਾਂ ਵਿੱਚ ਲੁਕ ਗਏ। 1856 ਈਸਵੀ ਤੱਕ ਉਹਨਾਂ ਨੇ ਅੰਗਰੇਜ਼ੀ ਸੈਨਾ ਦਾ ਮੁਕਾਬਲਾ ਕੀਤਾ, ਭਾਵ ਉਹਨਾਂ ਨਾਲ ਲੜਦੇ ਰਹੇ। ਉਹਨਾਂ ਦੇ ਵਿਰੁੱਧ ਸੈਨਿਕ ਕਾਰਵਾਈ ਜਾਰੀ ਰੱਖੀ ਗਈ। ਅਖੀਰ ਵਿੱਚ ਅੰਗਰੇਜ਼ਾਂ ਦੁਆਰਾ ਵਿਦਰੋਹੀਆਂ ਦੇ ਲੀਡਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹਨਾਂ ਨੂੰ ਤਸੀਹੇ ਦਿੱਤੇ ਗਏ, ਭਾਵ ਕਿ ਉਹਨਾਂ 'ਤੇ ਜ਼ੁਲਮ ਕੀਤੇ ਗਏ। ਇਸ ਤਰ੍ਹਾਂ ਬੱਚਿਓ ਆਪਾਂ ਨੇ ਹੁਣ ਤੱਕ ਜਿਹੜੇ ਹੋਰ ਕਬੀਲਿਆਂ ਨੇ ਵਿਦਰੋਹ ਅੰਗਰੇਜ਼ਾਂ ਦੇ ਪ੍ਰਤੀ ਕੀਤਾ ਸੀ ਉਸ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਅਤੇ ਹੁਣ ਆਪਾਂ ਨੇ ਜੋ ਹੁਣ ਤੱਕ ਪੜ੍ਹਿਆ ਹੈ ਇਸ ਤੀਜੇ ਭਾਗ ਵਿੱਚ ਉਸ ਨੂੰ ਦੁਹਰਾਉਣ ਦੇ ਲਈ ਅਸੀਂ ਫਿਰ ਛੋਟੇ ਛੋਟੇ ਪ੍ਰਸ਼ਨਾਂ ਨੂੰ ਲੜੀਬੱਧ ਕੀਤਾ ਹੈ। ਇਹ ਆਪਾਂ ਨੂੰ ਇਸ ਪਾਠ ਦੀ ਦੁਹਰਾਈ ਵਿੱਚ ਮਦਦ ਕਰਨਗੇ ਅਤੇ ਸਾਨੂੰ ਆਉਣ ਵਾਲੇ ਐਗਜ਼ਾਮ ਦੇ ਲਈ, ਸਾਡੀ ਪ੍ਰੀਖਿਆ ਦੀ ਤਿਆਰੀ ਲਈ ਵੀ ਇਹ ਇੱਕ ਸਾਧਨ ਹਨ ਕਿ ਅਸੀਂ ਆਪਣੇ ਆਪ ਨੂੰ ਤਿਆਰ ਕਰ ਸਕੀਏ। ਸੋ ਆਓ ਆਪਾਂ ਹੁਣ ਪ੍ਰਸ਼ਨ ਉੱਤਰਾਂ ਨਾਲ ਜੁੜਦੇ ਹਾਂ। ਸਭ ਤੋਂ ਪਹਿਲਾਂ ਸਾਡੇ ਪਾਸ ਹੈ ਬਹੁ ਵਿਕਲਪੀ ਪ੍ਰਸ਼ਨ। ਇਹਦੇ ਵਿੱਚ ਸਭ ਤੋਂ ਪਹਿਲਾ ਪ੍ਰਸ਼ਨ ਅਸੀਂ ਲਿਆ ਹੈ, ਖਾਸੀਸ ਅਤੇ ਸਿੰਘਫੂਸ ਕਬੀਲੇ ਦੇ ਲੋਕਾਂ ਨੇ ਇਹਨਾਂ ਨਾਲ ਮਿਲ ਕੇ ਬਗਾਵਤ ਦਾ ਸੱਦਾ ਦਿੱਤਾ। ਸੋ ਇਹਨਾਂ 'ਚੋਂ ਅਸੀਂ ਇੱਕ ਦੇਖਣਾ ਹੈ ਕਿਹੜਾ ਠੀਕ ਹੈ। ਊੜੇ 'ਤੇ ਹੈ ਖਾਮ ਤੀਸ, ਐੜੇ 'ਤੇ ਹੈ ਗਾਰੋ, ਈੜੀ 'ਤੇ ਹੈ ਨਾਗਾ ਅਤੇ ਸੱਸੇ 'ਤੇ ਹੈ ਉਪਰੋਕਤ ਸਾਰੇ। ਤਾਂ ਇਸ ਦਾ ਬੱਚਿਓ ਜੋ ਸਹੀ ਉੱਤਰ ਹੈ ਉਹ ਹੈ ਸੱਸਾ ਉਪਰੋਕਤ ਸਾਰੇ। ਇਹਨਾਂ ਸਾਰੇ ਕਬੀਲਿਆਂ ਨੇ ਮਿਲ ਕੇ ਹੀ ਬਗਾਵਤ ਕੀਤੀ ਸੀ ਬਰਤਾਨਵੀ ਸੈਨਾ ਦੇ ਵਿਰੁੱਧ ਜਾਂ ਬਰਤਾਨਵੀ ਸਰਕਾਰ ਦੇ ਵਿਰੁੱਧ। ਫਿਰ ਸਾਡੇ ਕੋਲੇ 2 ਨੰਬਰ 'ਤੇ ਹੈ ਪ੍ਰਸ਼ਨ, ਸਿੰਘਫੂਸ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਦੁਬਾਰਾ ਵਿਦਰੋਹ ਕਰ ਦਿੱਤਾ। ਊੜੇ 'ਤੇ ਹੈ 1739 ਈਸਵੀ ਵਿੱਚ, ਐੜੇ 'ਤੇ ਹੈ ਸਾਡੇ ਕੋਲੇ 1839 ਈਸਵੀ ਵਿੱਚ, ਈੜੀ 'ਤੇ ਹੈ 1939 ਈਸਵੀ ਵਿੱਚ ਅਤੇ ਸੱਸੇ 'ਤੇ ਹੈ ਇਹਨਾਂ 'ਚੋਂ ਕੋਈ ਨਹੀਂ। ਤਾਂ ਇਸ ਦਾ ਜੋ ਸਹੀ ਉੱਤਰ ਹੈ ਬੱਚਿਓ ਉਹ ਹੈ ਐੜਾ 1839 ਈਸਵੀ। ਫਿਰ ਤੀਜੇ ਨੰਬਰ 'ਤੇ ਸਾਡੇ ਕੋਲ ਪ੍ਰਸ਼ਨ ਹੈ, ਮਣੀਪੁਰ ਦੇ ਪਹਾੜੀ ਇਲਾਕਿਆਂ ਵਿੱਚ
ਇਸ ਕਬੀਲੇ ਦੇ ਲੋਕਾਂ ਨੇ ਵੀ ਅੰਗਰੇਜ਼ਾਂ ਵਿਰੁੱਧ ਬਗਾਵਤ ਕਰ ਦਿੱਤੀ। ਮਣੀਪੁਰ ਦੇ ਪਹਾੜੀ ਇਲਾਕਿਆਂ ਵਿੱਚ ਵੀ ਇਸ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਬਗਾਵਤ ਕਰ ਦਿੱਤੀ। ਊੜੇ 'ਤੇ ਹੈ ਖਾਸੀਸ ਕਬੀਲਾ, ਐੜੇ 'ਤੇ ਹੈ ਭੀਲ ਕਬੀਲਾ, ਈੜੀ 'ਤੇ ਹੈ ਕੁਕੀ ਕਬੀਲਾ ਅਤੇ ਸੱਸੇ 'ਤੇ ਹੈ ਇਹਨਾਂ 'ਚੋਂ ਕੋਈ ਵੀ ਨਹੀਂ। ਤਾਂ ਇਸ ਦਾ ਜੋ ਸਹੀ ਉੱਤਰ ਹੈ ਬੱਚਿਓ ਉਹ ਹੈ ਈੜੀ ਕੁਕੀ ਕਬੀਲਾ। ਸਾਡੇ ਕੋਲ ਪ੍ਰਸ਼ਨ 4 ਹੈ। 1820 ਈਸਵੀ ਵਿੱਚ ਛੋਟਾ ਨਾਗਪੁਰ ਇਲਾਕੇ ਵਿੱਚ ਅੰਗਰੇਜ਼ਾਂ ਵਿਰੁੱਧ ਸਭ ਤੋਂ ਪਹਿਲਾਂ ਵਿਦਰੋਹ ਕੀਤਾ ਗਿਆ। ਇਸ ਦੀਆਂ ਸਾਡੇ ਕੋਲ 4 ਆਪਸ਼ਨ ਨੇ। ਊੜੇ ਦੇ ਵਿੱਚ ਹੈ ਕੌਲ ਕਬੀਲਾ, ਐੜੇ 'ਤੇ ਹੈ ਖਾਸੀਸ ਕਬੀਲਾ, ਈੜੀ 'ਤੇ ਸਿੰਘ ਫੋਸ ਕਬੀਲਾ ਅਤੇ ਸੱਸੇ 'ਤੇ ਹੈ ਉਪਰੋਕਤ ਸਾਰੇ। ਤਾਂ ਇਸ ਦਾ ਜੋ ਸਹੀ ਉੱਤਰ ਹੈ ਬੱਚਿਓ ਉਹ ਹੈ ਊੜਾ ਕੌਲ ਕਬੀਲਾ। ਇਸ ਤਰ੍ਹਾਂ ਇਹ ਸਾਡੇ ਪਾਸ ਬਹੁ ਵਿਕਲਪੀ ਪ੍ਰਸ਼ਨ ਸਨ। ਹੁਣ ਆਪਾਂ ਖਾਲੀ ਸਥਾਨ ਭਰ ਕੇ ਇਸ ਭਾਗ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਆਓ ਆਪਾਂ ਜਾਣੀਏ ਕਿ ਇਸ ਪਾਠ ਵਿੱਚ ਆਪਾਂ ਕੀ ਪੜ੍ਹਿਆ। ਸਭ ਤੋਂ ਪਹਿਲੀ ਖਾਲੀ ਥਾਂ ਹੈ ਸਾਡੇ ਪਾਸ ਕਬਾਇਲੀ ਲੋਕਾਂ ਨੇ ਅਸਾਮ ਵਿੱਚ ਬਰਤਾਨਵੀ ਸੈਨਾ ਉੱਪਰ ਡੈਸ਼ ਕਰ ਦਿੱਤਾ। ਤਾਂ ਇਸ ਦਾ ਜੋ ਖਾਲੀ ਥਾਂ ਵਿੱਚ ਆਪਾਂ ਭਰਨਾ ਹੈ ਉਹ ਹੈ ਹਮਲਾ, ਕਿ ਕਬਾਇਲੀ ਲੋਕਾਂ ਨੇ ਅਸਾਮ ਵਿੱਚ ਬਰਤਾਨਵੀ ਸੈਨਾ ਉੱਪਰ ਹਮਲਾ ਕਰ ਦਿੱਤਾ। ਫਿਰ ਸਾਡੇ ਕੋਲ ਦੂਜੇ ਨੰਬਰ 'ਤੇ ਹੈ ਕਬਾਇਲੀ ਲੋਕ ਬਰਤਾਨਵੀ ਸੈਨਾ ਦੇ ਆਧੁਨਿਕ ਡੈਸ਼ ਦਾ ਮੁਕਾਬਲਾ ਨਾ ਕਰ ਸਕੇ। ਤਾਂ ਇਸ ਵਿੱਚ ਆਉਣਾ ਹੈ ਹਥਿਆਰਾਂ। ਕਬਾਇਲੀ ਲੋਕ ਬਰਤਾਨਵੀ ਸੈਨਾ ਦੇ ਆਧੁਨਿਕ ਹਥਿਆਰਾਂ ਦਾ ਮੁਕਾਬਲਾ ਨਾ ਕਰ ਸਕੇ। ਫਿਰ ਸਾਡੇ ਕੋਲ ਤੀਜੇ ਨੰਬਰ 'ਤੇ ਖਾਲੀ ਥਾਂ ਹੈ 1844 ਈਸਵੀ ਵਿੱਚ ਨਾਗਾ ਕਬੀਲੇ ਨੇ ਵੀ ਅੰਗਰੇਜ਼ਾਂ ਵਿਰੁੱਧ ਡੈਸ਼ ਕਰ ਦਿੱਤਾ। ਤਾਂ ਇਸ ਵਿੱਚ ਆਏਗਾ ਵਿਦਰੋਹ। 1844 ਈਸਵੀ ਵਿੱਚ ਨਾਗਾ ਕਬੀਲੇ ਨੇ ਵੀ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰ ਦਿੱਤਾ। ਫਿਰ 4 ਨੰਬਰ 'ਤੇ ਸਾਡੇ ਕੋਲ ਖਾਲੀ ਥਾਂ ਹੈ ਕੌਲ ਕਬੀਲੇ ਦੇ ਲੋਕ ਵੀ ਡੈਸ਼ ਕਬੀਲੇ ਦੇ ਵਿਦਰੋਹ ਵਿੱਚ ਸ਼ਾਮਿਲ ਹੋ ਗਏ। ਤਾਂ ਇਸ ਖਾਲੀ ਥਾਂ ਵਿੱਚ ਆਵੇਗਾ ਮੁੰਡਾ। ਕੌਲ ਕਬੀਲੇ ਦੇ ਲੋਕ ਵੀ ਮੁੰਡਾ ਕਬੀਲੇ ਦੇ ਵਿਦਰੋਹ ਵਿੱਚ ਸ਼ਾਮਿਲ ਹੋ ਗਏ। ਫਿਰ 5ਵੇਂ ਨੰਬਰ 'ਤੇ ਸਾਡੇ ਕੋਲ ਖਾਲੀ ਥਾਂ ਹੈ ਹੋਰ ਗੁਆਂਢੀ ਇਲਾਕਿਆਂ ਦੇ ਲੋਕ ਵੀ ਇਸ ਵਿਦਰੋਹ ਵਿੱਚ ਡੈਸ਼ ਹੋ ਗਏ ਸ਼ਾਮਿਲ। ਤਾਂ ਅਸੀਂ ਇਸ ਨੂੰ ਪੂਰਾ ਜਾਣਨ ਲਈ ਪੜ੍ਹਾਂਗਾ ਮੈਂ ਦੁਬਾਰਾ ਕਿ ਹੋਰ ਗੁਆਂਢੀ ਕਬੀਲਿਆਂ ਦੇ ਲੋਕ ਵੀ ਇਸ ਵਿਦਰੋਹ ਵਿੱਚ ਸ਼ਾਮਿਲ ਹੋ ਗਏ। ਇਹ ਸਾਡੇ ਕੋਲ 6 ਨੰਬਰ 'ਤੇ ਹੈ ਜਦੋਂ ਅੰਗਰੇਜ਼ੀ ਸਰਕਾਰ ਨੇ ਕਬਾਇਲੀ ਲੋਕਾਂ ਦਾ ਪਿੱਛਾ ਕੀਤਾ ਤਾਂ ਉਹ ਡੈਸ਼ ਵਿੱਚ ਲੁਕ ਗਏ। ਤਾਂ ਇਸ ਖਾਲੀ ਥਾਂ ਵਿੱਚ ਆਵੇਗਾ ਜੰਗਲਾਂ। ਜਦੋਂ ਅੰਗਰੇਜ਼ੀ ਸਰਕਾਰ ਨੇ ਕਬਾਇਲੀ ਲੋਕਾਂ ਦਾ ਪਿੱਛਾ ਕੀਤਾ ਤਾਂ ਉਹ ਜੰਗਲਾਂ ਵਿੱਚ ਲੁਕ ਗਏ। ਇਸ ਤਰ੍ਹਾਂ ਬੱਚੋ ਇਹ ਸਾਡੇ ਪਾਸ ਖਾਲੀ ਥਾਵਾਂ ਸਨ ਜਿਨ੍ਹਾਂ ਨਾਲ ਆਪਾਂ ਇਸ ਪਾਠ ਦੀ ਜਾਂ ਇਸ ਭਾਗ ਦੀ ਦੁਹਰਾਈ ਫਿਰ ਕਰ ਸਕਦੇ ਹਾਂ। ਹੁਣ ਆਪਾਂ ਨੇ ਪ੍ਰਸ਼ਨ ਉੱਤਰਾਂ ਰਾਹੀਂ ਜੋ ਕਿ ਸੰਖੇਪ ਜਿਹੇ ਆਪਾਂ ਲਏ ਹਨ 1 ਤੋਂ 15 ਸ਼ਬਦਾਂ ਵਿੱਚ ਇਹਨਾਂ ਦੇ ਉੱਤਰ ਹਨ, ਉਹਨਾਂ ਦਾ ਉੱਤਰ ਦੇਣ ਦੀ ਆਪਾਂ ਕੋਸ਼ਿਸ਼ ਕਰਾਂਗੇ ਅਤੇ ਪਾਠ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਸਾਡੇ ਕੋਲ ਉਹਨਾਂ ਪ੍ਰਸ਼ਨਾਂ ਦੇ ਲੜੀ ਵਿੱਚੋਂ ਪਹਿਲਾ ਪ੍ਰਸ਼ਨ ਹੈ ਅੰਗਰੇਜ਼ਾਂ ਦੇ ਰਾਜਨੀਤਿਕ ਦੂਤ ਦਾ ਨਾਂ ਕੀ ਸੀ? ਅੰਗਰੇਜ਼ਾਂ ਦੇ ਰਾਜਨੀਤਿਕ ਦੂਤ ਦਾ ਨਾਂ ਕੀ ਸੀ? ਤਾਂ ਇਸ ਦਾ ਉੱਤਰ ਆਵੇਗਾ ਕਰਨਲ ਵਾਈਟ। ਸੋ ਸਾਡੇ ਕੋਲ ਹੁਣ ਦੂਜਾ ਪ੍ਰਸ਼ਨ ਹੈ ਕੁਕੀ ਕਬੀਲੇ ਦੇ ਲੋਕਾਂ ਦੀ ਗਿਣਤੀ ਕਿੰਨੀ ਸੀ? ਮੈਂ ਪ੍ਰਸ਼ਨ ਫਿਰ ਦੁਹਰਾ ਦੇਵਾਂ।
ਕੁੱਕੀ ਕਬੀਲੇ ਦੇ ਲੋਕਾਂ ਦੀ ਗਿਣਤੀ ਕਿੰਨੀ ਸੀ? ਤਾਂ ਇਸ ਦਾ ਉੱਤਰ ਆਵੇਗਾ ਬੱਚਿਓ ਕਿ ਲਗਭਗ 7000। ਲਗਭਗ 7000। ਫਿਰ ਸਾਡੇ ਕੋਲ ਤੀਜੇ ਨੰਬਰ 'ਤੇ ਪ੍ਰਸ਼ਨ ਹੈ, ਬਰਤਾਨਵੀ ਹਕੂਮਤ ਨੇ ਕੁੱਕੀ ਕਬੀਲੇ ਨੂੰ ਕਦੋਂ ਹਰਾ ਕੇ ਸ਼ਾਂਤ ਕੀਤਾ? ਬਰਤਾਨਵੀ ਹਕੂਮਤ ਨੇ ਕੁੱਕੀ ਕਬੀਲੇ ਨੂੰ ਕਦੋਂ ਹਰਾ ਕੇ ਸ਼ਾਂਤ ਕੀਤਾ? ਤਾਂ ਇਸ ਦਾ ਉੱਤਰ ਹੈ ਬੱਚਿਓ 1850 ਈਸਵੀ ਨੂੰ। ਕੁੱਕੀ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਿਉਂ ਕੀਤਾ? ਪ੍ਰਸ਼ਨ ਨੰਬਰ 4 ਹੈ, ਕੁੱਕੀ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਿਉਂ ਕੀਤਾ? ਤਾਂ ਇਸ ਦਾ ਉੱਤਰ ਹੈ, ਉਹ ਅੰਗਰੇਜ਼ਾਂ ਦਾ ਵਿਸਥਾਰ ਸਹਿਣ ਨਹੀਂ ਕਰ ਸਕਦੇ ਸਨ। ਉਹ ਅੰਗਰੇਜ਼ਾਂ ਦਾ ਵਿਸਥਾਰ ਸਹਿਣ ਨਹੀਂ ਕਰ ਸਕਦੇ ਸਨ। ਫਿਰ ਸਾਡੇ ਕੋਲੇ ਪ੍ਰਸ਼ਨ ਨੰਬਰ 5 ਹੈ, ਕਿਹੜੇ ਕਬੀਲੇ ਦੇ ਲੋਕਾਂ ਨੇ ਸਰਕਾਰ ਵਿਰੋਧੀ ਗਤੀਵਿਧੀਆਂ ਜਾਰੀ ਰੱਖੀਆਂ? ਤਾਂ ਇਸ ਦਾ ਉੱਤਰ ਆਵੇਗਾ ਕੌਲ ਅਤੇ ਮੁੰਡਾ ਕਬੀਲੇ ਦੇ ਲੋਕਾਂ ਨੇ। ਫਿਰ ਸਾਡੇ ਕੋਲੇ ਪ੍ਰਸ਼ਨ ਨੰਬਰ 6 ਹੈ, ਸੰਥਾਲ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਦੋਂ ਕੀਤਾ? ਸੰਥਾਲ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਦੋਂ ਕੀਤਾ? ਤਾਂ ਇਸ ਦਾ ਉੱਤਰ ਹੈ ਬੱਚਿਓ 1855 ਈਸਵੀ ਵਿੱਚ। 1855 ਈਸਵੀ ਵਿੱਚ। ਸੋ ਇਹ ਪ੍ਰਸ਼ਨ ਉੱਤਰ ਸਨ ਸਾਡੇ ਪਾਸ ਕੁਝ, ਤੇ ਹੁਣ ਆਪਾਂ ਸਹੀ ਮਿਲਾਨ ਰਾਹੀਂ ਇਸ ਪਾਠ ਨੂੰ ਥੋੜ੍ਹਾ ਜਾਣਨ ਦੀ ਕੋਸ਼ਿਸ਼ ਕਰਾਂਗੇ ਜੋ ਆਪਾਂ ਇਸ ਵਿੱਚ ਪੜ੍ਹਿਆ ਹੈ। ਸਹੀ ਮਿਲਾਨ ਦੇ ਵਿੱਚ ਬੱਚਿਓ ਆਪਾਂ ਨੂੰ ਭਾਗ ਊੜਾ ਦੇ ਵਿੱਚ ਬਰਤਾਨਵੀ ਸੈਨਾ, ਸਿੰਘ ਫੌਜ, ਵਿਦਰੋਹ, ਪਾਲਮੂ, ਆਧੁਨਿਕ, ਗ੍ਰਿਫਤਾਰ ਇਹ ਸ਼ਬਦ ਦਿੱਤੇ ਹੋਏ ਹਨ। ਇਹਨਾਂ ਦਾ ਮਿਲਾਨ ਆਪਾਂ ਐੜਾ ਭਾਗ ਦੇ ਬਗਾਵਤ, ਅੰਗਰੇਜ਼, ਫੜ ਲੈਣਾ, ਹਥਿਆਰ, ਇਲਾਕਾ, ਕਬੀਲਾ ਆਦਿ ਸ਼ਬਦਾਂ ਨਾਲ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਕੋਲ ਊੜਾ ਭਾਗ ਦੇ ਵਿੱਚ ਹੈ ਬਰਤਾਨਵੀ ਸੈਨਾ, ਤਾਂ ਇਸ ਦਾ ਮਿਲਾਨ ਅਸੀਂ ਐੜਾ ਭਾਗ ਦੇ ਅੰਗਰੇਜ਼ ਨਾਲ ਕਰਾਂਗੇ। ਫਿਰ ਸਾਡੇ ਪਾਸ ਹੈ ਸਿੰਘ ਫੌਜ। ਇਹ ਬੱਚਿਓ ਇੱਕ ਕਬੀਲੇ ਦਾ ਨਾਂ ਹੈ, ਸੋ ਇਸ ਦਾ ਮਿਲਾਨ ਅਸੀਂ ਐੜਾ ਭਾਗ ਦੇ ਕਬੀਲਾ ਨਾਲ ਕਰਾਂਗੇ। ਉਸ ਤੋਂ ਅੱਗੇ ਹੈ ਸਾਡੇ ਕੋਲੇ ਵਿਦਰੋਹ। ਵਿਦਰੋਹ ਭਾਵ ਬਗਾਵਤ, ਇਸ ਲਈ ਅਸੀਂ ਐੜਾ ਭਾਗ ਦੇ ਨਾਲ ਇਸ ਦਾ ਮਿਲਾਨ ਬਗਾਵਤ ਦੇ ਨਾਲ ਕਰਾਂਗੇ। ਪਾਲਮੂ ਇਹ ਇੱਕ ਥਾਂ ਦਾ ਨਾਂ ਹੈ, ਸੋ ਐੜਾ ਭਾਗ ਦੇ ਵਿੱਚ ਇਸ ਦਾ ਮਿਲਾਨ ਅਸੀਂ ਇਲਾਕਾ ਦੇ ਨਾਲ ਕਰਾਂਗੇ। ਫਿਰ ਅੱਗੇ ਹੈ ਸਾਡੇ ਕੋਲ ਆਧੁਨਿਕ, ਅਤੇ ਇਹ ਐੜਾ ਭਾਗ ਦੇ ਨਾਲ ਆਧੁਨਿਕ ਹਥਿਆਰ ਦੇ ਨਾਲ ਇਹਦਾ ਅਸੀਂ ਮਿਲਾਨ ਕਰਾਂਗੇ। ਫਿਰ ਸਾਡੇ ਕੋਲ ਸਭ ਤੋਂ ਅਖੀਰ ਦੇ ਵਿੱਚ ਹੈ ਗ੍ਰਿਫਤਾਰ, ਅਤੇ ਗ੍ਰਿਫਤਾਰ ਹੁੰਦਾ ਕਿਸੇ ਨੂੰ ਫੜ ਲੈਣਾ, ਅਤੇ ਐੜਾ ਭਾਗ ਦੇ ਵਿੱਚ ਸਾਡੇ ਕੋਲ ਇਹ ਇੱਕ ਆਪਸ਼ਨ ਦਿੱਤੀ ਹੋਈ ਹੈ, ਸ਼ਬਦ ਦਿੱਤਾ ਹੋਇਆ ਹੈ ਫੜ ਲੈਣਾ, ਉਸ ਦੇ ਨਾਲ ਅਸੀਂ ਇਸ ਦਾ ਮਿਲਾਨ ਕਰਾਂਗੇ। ਸੋ ਇਸ ਤਰ੍ਹਾਂ ਇਹ ਸਾਡੇ ਕੋਲ ਮਿਲਾਨ ਰਾਹੀਂ ਪਾਠ ਨੂੰ ਸਮਝਣ ਦਾ ਇੱਕ ਹੋਰ ਤਰੀਕਾ ਸੀ। ਹੁਣ ਆਪਾਂ ਅੱਗੇ ਹੇਠ ਲਿਖੇ ਵਾਕਾਂ ਨੂੰ ਅਸੀਂ ਸਹੀ ਦਾ ਨਿਸ਼ਾਨ ਲਗਾਵਾਂਗੇ ਜਾਂ ਗਲਤ ਦਾ ਨਿਸ਼ਾਨ ਲਗਾਵਾਂਗੇ। ਸੋ ਆਓ ਇਸ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਦਿੱਤਾ ਹੋਇਆ ਹੈ ਜੋ ਬਰਤਾਨਵੀ ਸੈਨਿਕਾਂ ਨੂੰ ਖਾਸੀਸ ਕਬੀਲੇ ਦੇ ਲੋਕਾਂ ਦੇ ਵਿਦਰੋਹ ਦਾ ਸਾਹਮਣਾ ਕਰਨਾ ਪਿਆ, ਤਾਂ ਇਸ ਦਾ ਉੱਤਰ ਜੋ ਹੈ ਉਹ ਸਹੀ ਆਏਗਾ। ਉਸ ਤੋਂ ਬਾਅਦ ਸਾਡੇ ਕੋਲੇ ਦੂਜੇ ਨੰਬਰ 'ਤੇ ਸਾਨੂੰ ਦਿੱਤਾ ਹੋਇਆ ਹੈ ਕਿ ਕਬੀਲਿਆਂ ਦੇ ਲੋਕ ਆਧੁਨਿਕ ਹਥਿਆਰਾਂ ਦਾ ਮੁਕਾਬਲਾ ਨਾ ਕਰ ਸਕੇ। ਕਬੀਲਿਆਂ ਦੇ ਲੋਕ ਆਧੁਨਿਕ ਹਥਿਆਰਾਂ ਦਾ ਮੁਕਾਬਲਾ ਨਾ ਕਰ ਸਕੇ, ਤਾਂ ਇਹ ਉੱਤਰ ਵੀ ਸਹੀ ਹੈ।
ਉਸ ਤੋਂ ਅੱਗੇ ਨੰਬਰ 3 ਤੇ ਹੈ ਕੁੱਕੀ ਕਬੀਲੇ ਦੇ ਲੋਕਾਂ ਦੀ ਗਿਣਤੀ ਲਗਭਗ 2000 ਸੀ। ਕੁੱਕੀ ਕਬੀਲੇ ਦੇ ਲੋਕਾਂ ਦੀ ਗਿਣਤੀ ਲਗਭਗ 2000 ਸੀ, ਤਾਂ ਇਹ ਜੋ ਹੈ ਗਲਤ ਹੈ। ਉਸ ਤੋਂ ਅੱਗੇ ਸਾਨੂੰ 4 ਨੰਬਰ 'ਤੇ ਦਿੱਤਾ ਹੋਇਆ ਹੈ ਕਿ ਅੰਗਰੇਜ਼ਾਂ ਨੇ ਦੇਸ਼ ਨਿਕਾਲਾ ਦਿੱਤੇ ਕਬੀਲੇ ਦੇ ਇੱਕ ਆਦਮੀ ਨੂੰ ਵਾਪਸ ਬੁਲਾਇਆ ਅਤੇ ਉਸ ਨੂੰ ਖਰੋਦ ਕਬੀਲੇ ਦਾ ਮੁਖੀਆ ਬਣਾਇਆ। ਤਾਂ ਇਸ ਦਾ ਉੱਤਰ ਹੈ ਬੱਚਿਓ ਸਹੀ। ਫਿਰ ਸਾਡੇ ਕੋਲੇ ਨੰਬਰ 5 ਤੇ ਸਾਨੂੰ ਦਿੱਤਾ ਹੋਇਆ ਹੈ ਕੌਲ ਕਬੀਲੇ ਦੇ ਲੋਕਾਂ ਨੇ ਵਿਦਰੋਹ ਨਹੀਂ ਕੀਤਾ, ਤਾਂ ਇਹ ਉੱਤਰ ਹੋਵੇਗਾ ਗਲਤ। ਫਿਰ 6 ਨੰਬਰ 'ਤੇ ਸਾਡੇ ਕੋਲੇ ਹੈ ਕਬਾਇਲੀ ਲੋਕਾਂ ਨੇ ਤਲਵਾਰਾਂ ਅਤੇ ਜ਼ਹਿਰੀਲੇ ਤੀਰਾਂ ਨਾਲ ਯੂਰਪੀ ਬੰਗਲਿਆਂ 'ਤੇ ਹਮਲਾ ਕਰ ਦਿੱਤਾ। ਕਬਾਇਲੀ ਲੋਕਾਂ ਨੇ ਤਲਵਾਰਾਂ ਅਤੇ ਜ਼ਹਿਰੀਲੇ ਤੀਰਾਂ ਨਾਲ ਯੂਰਪੀ ਬੰਗਲਿਆਂ 'ਤੇ ਹਮਲਾ ਕਰ ਦਿੱਤਾ, ਤਾਂ ਇਹ ਉੱਤਰ ਸਹੀ ਹੈ। ਹੁਣ ਬੱਚਿਓ ਸਾਨੂੰ ਇਹ ਕੁਝ ਤਸਵੀਰਾਂ ਦਿਖਾਈਆਂ ਗਈਆਂ ਹਨ। ਇੱਥੇ ਲਿਖਿਆ ਹੈ ਖਾਮਤੀਸ, ਨੀਚੇ ਉਸ ਤੋਂ ਥੱਲੇ ਜਿਹੜੀ ਤਸਵੀਰ, ਉੱਪਰਲੀ ਤਸਵੀਰ ਤੋਂ ਥੱਲੇ ਤਸਵੀਰ ਹੈ ਉਹ ਗਾਰੋ ਕਬੀਲੇ ਦੀ ਹੈ, ਨਾਲ ਸਿੰਘਫੋਸ ਕਬੀਲੇ ਦੀ ਹੈ। ਇਵੇਂ ਹੀ ਆਪਾਂ ਨੂੰ ਸਾਡੇ ਜਦੋਂ ਇਮਤਿਹਾਨ ਹੁੰਦੇ ਹਨ ਉਹਨਾਂ ਵਿੱਚ ਵੀ ਇਵੇਂ ਤਸਵੀਰਾਂ ਸਾਨੂੰ ਦਿਖਾਈਆਂ ਜਾਣਗੀਆਂ। ਅਸੀਂ ਉਹਨਾਂ ਨੂੰ ਜਾਣ ਕੇ ਦੇਖ ਕੇ ਫਿਰ ਉੱਤਰ ਕਰਨਾ ਹੈ, ਜੋ ਕਿ ਸਾਡੇ ਪਾਠ ਦੇ ਨਾਲ ਹੀ ਸੰਬੰਧਿਤ ਹੋਣਗੀਆਂ। ਸੋ ਇਹ ਅਸੀਂ ਇੱਕ ਕੁਝ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਤਸਵੀਰਾਂ ਰਾਹੀਂ ਵੀ ਜ਼ਰੂਰ ਦੱਸਿਆ ਜਾਵੇ, ਕਿਉਂਕਿ ਸਾਡੇ ਪੇਪਰ ਵਿੱਚ ਅਜਿਹੇ ਜਦੋਂ ਸਾਡੀ ਪ੍ਰੀਖਿਆ ਹੋਣੀ ਹੈ ਤੇ ਸਾਨੂੰ ਇੱਦਾਂ ਦੇ ਵੀ ਸਵਾਲ ਪੁੱਛੇ ਜਾਣੇ ਹਨ। ਸੋ ਪਿਆਰੇ ਵਿਦਿਆਰਥੀਓ, ਆਪਾਂ ਨੇ ਇਸ ਭਾਗ ਵਿੱਚ ਹੋਰ ਕਬੀਲਿਆਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਤੱਕ ਆਪਾਂ ਨੇ 3 ਭਾਗਾਂ ਦੇ ਵਿੱਚ ਪੜ੍ਹਨ ਅਤੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡਾ ਕਬਾਇਲੀ ਜੋ ਸਮਾਜ ਸੀਗਾ ਉਹ ਕਿਵੇਂ ਦਾ ਸੀ ਅਤੇ ਬਸਤੀਵਾਦ ਨੇ ਉਸ 'ਤੇ ਕਿਵੇਂ ਦਾ ਪ੍ਰਭਾਵ ਪਾਇਆ। ਸੋ ਅਸੀਂ ਨਿਰੰਤਰ ਤੁਹਾਡੇ ਨਾਲ ਜੁੜੇ ਹੋਏ ਹਾਂ ਕਿ ਸਾਡੇ ਪਿਆਰੇ ਵਿਦਿਆਰਥੀਆਂ ਨੂੰ ਇਸ ਪਾਠ ਦੀ ਚੰਗੀ ਤਰ੍ਹਾਂ ਸਮਝ ਆ ਜਾਵੇ ਅਤੇ ਅਸੀਂ ਆਪਣੇ ਜੋ ਸਾਡੇ ਕਬਾਇਲੀ ਸਮਾਜ ਹੈਗਾ, ਜੋ ਸਾਡਾ ਕਬੀਲਿਆਂ ਦੇ ਵਿੱਚ ਸਾਡਾ ਭਾਈਚਾਰਾ ਰਹਿੰਦਾ ਹੈਗਾ, ਉਸ ਬਾਰੇ ਜਾਣ ਸਕੀਏ, ਉਸ ਦੀ ਵਿਲੱਖਣਤਾ ਬਾਰੇ ਜਾਣ ਸਕੀਏ ਕਿ ਉਹ ਕਿਵੇਂ ਆਤਮ ਨਿਰਭਰ ਹਨ ਅਤੇ ਉਹ ਕਿਵੇਂ ਆਪਣਾ ਖੁਦ ਕੁਦਰਤ ਨਾਲ ਜੁੜ ਕੇ ਜੀਵਨ ਨਿਰਵਾਹ ਕਰ ਰਹੇ ਹਨ ਅਤੇ ਇੱਕ ਨਵੇਕਲੀ ਜਿਹੀ ਦੁਨੀਆ ਦੇ ਵਿੱਚ ਬੜਾ ਸ਼ਾਂਤ ਜਿਹਾ ਜੀਵਨ ਜੀ ਰਹੇ ਹਨ। ਸੋ ਅਸੀਂ ਇੱਥੇ 3 ਭਾਗਾਂ ਵਿੱਚ ਜਾਣਨ ਦੀ ਕੋਸ਼ਿਸ਼ ਕੀਤੀ ਅਤੇ ਹੁਣ ਆਪਾਂ ਅਗਲੇ ਭਾਗਾਂ ਦੇ ਵਿੱਚ ਇਹਦਾ ਅਗਲਾ ਭਾਗ ਜੋ ਚੌਥਾ ਭਾਗ ਹੋਵੇਗਾ ਅਤੇ ਆਖਰੀ ਭਾਗ ਹੋਵੇਗਾ, ਉਸ ਵਿੱਚ ਬਿਰਸਾ ਮੁੰਡਾ ਦੇ ਲੋਕਾਂ ਦੁਆਰਾ ਅੰਗਰੇਜ਼ਾਂ ਵਿਰੁੱਧ ਕੀਤੇ ਵਿਦਰੋਹ ਅਤੇ ਇਸ ਦੇ ਨਤੀਜਿਆਂ ਬਾਰੇ ਪੜ੍ਹਾਂਗੇ। ਅਤੇ ਮੈਨੂੰ ਆਸ ਹੈ ਕਿ ਤੁਹਾਨੂੰ ਹੁਣ ਤੱਕ ਜੋ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਪਾਠ ਵਿੱਚ ਉਹ ਸਮਝ ਆ ਗਿਆ ਹੋਵੇਗਾ ਅਤੇ ਆਪਾਂ ਫਿਰ ਅਗਲੇ ਭਾਗ ਵਿੱਚ ਜੁੜਾਂਗੇ, ਜਿਸ ਵਿੱਚ ਕਿ ਆਪਾਂ ਥੋੜ੍ਹਾ ਜਿਹਾ ਬਿਰਸਾ ਮੁੰਡਾ ਬਾਰੇ ਵਿਸਥਾਰ ਨਾਲ ਪੜ੍ਹਾਂਗੇ ਅਤੇ ਉਸ ਦੇ ਹੋਏ ਨਤੀਜਿਆਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਉਨੀ ਦੇਰ ਤੱਕ ਬੱਚਿਓ ਜੋ ਆਪਾਂ ਨੇ ਤੁਹਾਨੂੰ ਪ੍ਰਸ਼ਨ ਉੱਤਰ ਇਹਦੇ ਵਿੱਚ ਦਿੱਤੇ ਹਨ, ਤੁਸੀਂ ਕਾਪੀਆਂ 'ਤੇ ਨੋਟ ਕਰਨੇ ਹਨ ਅਤੇ ਉਹਨਾਂ ਨੂੰ ਆਪਣੇ ਅਧਿਆਪਕ ਸਾਹਿਬਾਨ ਤੋਂ ਚੈੱਕ ਕਰਵਾ ਲੈਣਾ ਹੈ। ਸਾਡਾ ਇਹ ਮਕਸਦ ਹੈ ਕਿ ਇਸ ਪਾਠ ਨੂੰ ਅਸੀਂ ਚੰਗੀ ਤਰ੍ਹਾਂ ਸਮਝ ਕੇ ਆਪਣੀ ਪ੍ਰੀਖਿਆ ਦੇ ਲਈ ਫਿਰ ਤਿਆਰੀ ਕਰ ਸਕੀਏ ਅਤੇ ਚੰਗੇ ਨੰਬਰ ਲੈ ਸਕੀਏ। ਅਤੇ ਮੈਨੂੰ ਮੇਰੇ ਮਾਣਯੋਗ ਵਿਦਿਆਰਥੀਆਂ 'ਤੇ ਮਾਣ ਹੈ ਕਿ ਉਹ ਇਸ ਨੂੰ ਚੰਗੀ ਤਰ੍ਹਾਂ ਸਮਝ ਕੇ ਵਧੀਆ ਢੰਗ ਦੇ ਨਾਲ ਪਾਠ ਦੀ ਤਿਆਰੀ ਕਰਨਗੇ ਅਤੇ ਆਪਾਂ ਫਿਰ ਮਿਲਦੇ ਹਾਂ ਅਗਲੇ ਭਾਗ ਵਿੱਚ, ਜਿਸ ਵਿੱਚ ਆਪਾਂ ਆਪਣੇ ਬਸਤੀਵਾਦ ਅਤੇ ਕਬਾਇਲੀ ਸਮਾਜ ਦੇ ਵਿੱਚ ਬਿਰਸਾ ਮੁੰਡਾ ਦੇ ਲੋਕਾਂ ਦੁਆਰਾ ਅੰਗਰੇਜ਼ਾਂ ਵਿਰੁੱਧ ਕੀਤੇ ਵਿਦਰੋਹ ਬਾਰੇ ਅਤੇ ਇਸ ਦੇ ਨਤੀਜਿਆਂ ਬਾਰੇ ਪੜ੍ਹਾਂਗੇ। ਤਦ ਤੱਕ ਲਈ ਤੁਹਾਡਾ ਇਸ ਪਾਠ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ।